ਅਬੋਹਰ ਹਲਕੇ ਦੇ ਦੌਰੇ ਤੇ ਹਰਸਿਮਰਤ ਕੌਰ ਬਾਦਲ ਨੇ ਜਾਖੜ ਪਰਿਵਾਰ ਤੇ ਨਿਸ਼ਾਨੇ ਸਾਧੇ ਹਨ। ਅਬੋਹਰ ਹਲਕੇ ਦੇ ਦੌਰੇ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਬੋਹਰ ਇਲਾਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਜਿੱਥੇ ਉਹਨਾਂ ਨੇ ਵੱਖ-ਵੱਖ ਪਿੰਡਾਂ ਵਿੱਚ ਆਯੋਜਿਤ ਜਨ ਸਭਾਵਾਂ ਵਿੱਚ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਕੀਤਾ, ਉੱਥੇ ਹੀ ਜਾਖੜ ਪਰਿਵਾਰ ਤੇ ਨਿਸ਼ਾਨੇ ਸਾਧੇ। ਉੱਥੇ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਨਾਲ ਵੀ ਵਾਰਤਾਲਾਪ ਕੀਤੀ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਜਾ ਰਹੇ ਐਲਾਨ ਨੂੰ ਲੈ ਕੇ ਕਿਹਾ ਹੈ ਕਿ ਸਿਰਫ ਨੋਟੰਕੀ ਕੀਤੀ ਜਾ ਰਹੀ ਹੈ। ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਬਸਪਾ ਦੀ ਸਰਕਾਰ ਬਣਨ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਨੂੰ ਹੋਮ ਮਿਨਿਸਟਰ ਬਣਾ ਦਿਓ, ਜਿਸ ਤੋਂ ਬਾਅਦ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸਾਰਿਆਂ ਤੇ ਕਾਰਵਾਈ ਕੀਤੀ ਜਾਵੇਗੀ। ਸਾਡਾ ਪਰਿਵਾਰ ਅਹਿਸਾਨ ਫਰਾਮੋਸ਼ ਨਹੀਂ ਹੈਗਾ। ਲੋਕਾਂ ਦੇ ਦਿੱਤੇ ਹੋਏ ਆਸ਼ੀਰਵਾਦ ਦਾ ਮੁੱਲ ਕੋਸ਼ਿਸ਼ ਕਰਦੇ ਆ, ਕਿਉਂਕਿ ਸਾਡੇ ਵਾਸਤੇ ਆ ਤਕੜੀ ਇਹ ਗੁਰੂ ਨਾਨਕ ਸਾਹਿਬ ਦੀ ਤਕੜੀ ਤੋਂ ਘੱਟ ਅਹਿਮੀਅਤ ਨਹੀਂ ਰੱਖਦੀ। ਇਹ ਤਕੜੀ ਸਾਨੂੰ ਯਾਦ ਦਿਲਾਉਂਦੀ ਹੈ ਕਿ ਜੇ ਲੋਕਾਂ ਨੇ ਇਸ ਤਕੜੀ ਨੂੰ ਵਿਸ਼ਵਾਸ ਦਿੱਤਾ ਹੈ ਤੇ ਬਾਬੇ ਨਾਨਕ ਦੀ ਤਕੜੀ ਦੇ ਨਾਲ ਉਹਨਾਂ ਦਾ ਵਿਸ਼ਵਾਸ ਦਾ ਮੁੱਲ ਉਸ ਤੋਂ 100 ਗੁਣਾ ਵੱਧ ਕਰਕੇ ਮੋੜਨਾ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਹਾਡੇ ਸਾਰਿਆਂ ਤੋਂ ਨਜ਼ਰ ਆ ਰਿਹਾ ਕਿ ਡਾਕਟਰ ਰਿਨਵਾ ਜੀ ਨਾਲ ਤੁਹਾਡਾ ਕਿੰਨਾ ਲਗਾਵ ਤੇ ਕਿੰਨਾ ਪਿਆਰ ਹੈ। ਜਿੱਥੇ ਮੈਨੂੰ ਆਪ ਹੀ ਸਮਝ ਆ ਰਹੀ ਹੈ ਕਿ ਭਾਵੇਂ ਜਾਖੜ ਪਰਿਵਾਰ ਨੇ ਇਸ ਇਲਾਕੇ ਤੋਂ ਬਹੁਤ ਕੁਝ ਪਾ ਲਿਆ, ਵੱਡੇ ਵੱਡੇ ਅਹੁਦੇ ਮਿਲ ਗਏ, ਲੇਕਿਨ ਇਹਨਾਂ ਅਹੁਦਿਆਂ ਵਿੱਚ ਬੈਠ ਕੇ ਇਸ ਇਲਾਕੇ ਦੀ ਲੋਕਾਂ ਦੀ ਤਕਲੀਫਾਂ ਨੂੰ ਘਟਾਉਣ ਵਾਸਤੇ ਉਹਨਾਂ ਨੇ ਕੋਈ ਕਦਮ ਤਾਂ ਕੀ ਚੱਕਣਾ ਸੀ, ਵਿਕਾਸ ਤਾਂ ਕੀ ਕਰਨਾ ਸੀ, ਲੇਕਿਨ ਡਰਾ ਧਮਕਾ ਕੇ ਪਰਚੇ ਕਰਕੇ ਲੋਕਾਂ ਨੂੰ ਦਬਾ ਕੁਚਲ ਕੇ ਰੱਖਿਆ ਤੇ ਲੋਕੀ ਇਹਦੇ ਖਿਲਾਫ ਹੁਣ ਖੜੇ ਹੋ ਗਏ। ਤੁਹਾਡੇ ਮਨ ਵਿੱਚ ਉਹ ਬੁਲਬੁਲਾ ਹੈਗਾ ਕਿ ਤੁਸੀਂ ਹੁਣ ਇਹੋ ਜਿਹੀ ਰਾਜਨੀਤੀ ਨਹੀਂ, ਤੁਸੀਂ ਵਿਕਾਸ ਤੇ ਡਿਵੈਲਪਮੈਂਟ ਦੀ ਰਾਜਨੀਤੀ ਚਾਹੁੰਦੇ ਹੋ, ਤੁਸੀਂ ਪਿਆਰ ਤੇ ਸਤਿਕਾਰ ਚਾਹੁੰਦੇ ਹੋ, ਤੁਸੀਂ ਆਪਣੇ ਮਸਲੇ ਹੱਲ ਕਰਾਉਣਾ ਚਾਹੁੰਦੇ ਹੋ। ਮੈਨੂੰ ਪੂਰੀ ਉਮੀਦ ਹੈ ਕਿ ਇੱਥੇ ਖੜੇ ਜਿੰਨੇ ਸਾਡੇ ਨੌਜਵਾਨ ਨੇ, ਜਿੰਨੀ ਸਾਡੀ ਭੈਣਾਂ ਨੇ ਤੇ ਜਿੰਨੇ ਸਾਡੇ ਵੀਰ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੰਮਕਾਜ 70 ਸਾਲ ਤੋਂ ਤੁਸੀਂ ਦੇਖੇ ਨੇ। ਬਾਦਲ ਪਿੰਡ ਵੀ ਬਾਲਾ ਦੂਰ ਨਹੀਂ ਹੈਗਾ, ਹਲਕਾ ਬਠਿੰਡਾ ਵੀ ਬਾਲਾ ਦੂਰ ਨਹੀਂ ਹੈਗਾ ਤੇ ਸੁਖਬੀਰ ਜੀ ਦਾ ਜਲਾਲਾਬਾਦ ਵੀ ਬਹੁਤ ਦੂਰ ਨਹੀਂ ਹੈਗਾ। 70 ਸਾਲ ਤੋਂ ਬਾਦਲ ਸਾਹਿਬ ਦੇ ਕੰਮਕਾਜ ਤੁਸੀਂ ਦੇਖੇ, ਸ਼੍ਰੋਮਣੀ ਅਕਾਲੀ ਦਲ ਦੇ ਵੀ ਕੰਮਕਾਜ ਤੁਸੀਂ ਦੇਖੇ। ਕਦੇ ਝੂਠੇ ਲਾਰੇ ਨਹੀਂ ਲਾਏ, ਝੂਠੇ ਵਾਅਦੇ ਨਹੀਂ ਕੀਤੇ, ਝੂਠੀ ਸਹੁੰ ਤਾਂ ਭੁੱਲ ਜਾਓ ਤਾਂ ਕਦੇ ਸਾਡੇ ਖਿਆਲ 'ਚ ਵੀ ਨਹੀਂ ਆਇਆ ਕਿ ਅਸੀਂ ਗੁਰੂ ਦੀ ਇੰਨੀ ਵੱਡੀ ਬੇਅਦਬੀ ਕਰਕੇ ਝੂਠੀ ਸਹੁੰ ਖਾ ਲਈਏ। ਲੇਕਿਨ ਜਿਹੜੇ ਲੋਕਾਂ ਨੇ ਝੂਠੀ ਸਹੁੰਆਂ ਖਾਧੀਆਂ, ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ, ਉਸ ਕਾਂਗਰਸ ਪਾਰਟੀ ਨੂੰ, ਉਹਨਾਂ ਦੇ ਲੀਡਰਾਂ ਨੂੰ, ਉਹਨਾਂ ਦੇ ਵਰਕਰਾਂ ਨੂੰ ਤਾਂ ਉਹਨਾਂ ਦੇ ਵੋਟਰਾਂ ਨੂੰ ਵੀ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਬੇਅਦਬੀ ਦੇ ਵੱਡੇ ਵੱਡੇ ਗੱਲਾਂ ਤੁਸੀਂ ਕਰਦੇ ਹੋ। 84 'ਚ ਜੋ ਤੁਸੀਂ ਕੀਤਾ ਸਾਰੀ ਦੁਨੀਆ ਨੇ ਦੇਖਿਆ। ਚਲੋ ਤੁਸੀਂ ਭੁੱਲ ਗਏ, ਤੁਸੀਂ ਫੇਰ ਉਸ ਪਾਰਟੀ ਨਾਲ ਲੱਗੇ, ਲੇਕਿਨ 5 ਸਾਲ ਪਹਿਲੇ ਜਿਹੜੇ ਕਾਂਗਰਸੀਆਂ ਨੇ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਦਮਦਮਾ ਸਾਹਿਬ ਤਖਤ ਵੱਲ ਮੂੰਹ ਕਰਕੇ ਦਸਮ ਪਿਤਾ ਦੇ ਚਰਨਾਂ ਦੀ ਸਹੁੰ ਖਾਧੀ ਸੀ ਕਿ ਤੁਹਾਡੇ 4 ਹਫ਼ਤਿਆਂ 'ਚ ਨਸ਼ੇ ਵੀ ਮੁਕਤ ਕਰ ਦਾਂਗੇ, ਘਰ ਘਰ ਨੌਕਰੀ ਵੀ ਦੇ ਦਾਂਗੇ, ਕਿਸਾਨ ਦਾ ਕਰਜ਼ਾ ਮਾਫ ਤੇ 100 ਚੀਜ਼ਾਂ ਹੋਰ ਕੀਤੀਆਂ ਸੀਗੀਆਂ। ਤੁਸੀਂ ਸਾਰਿਆਂ ਨੇ ਉਸ ਸਟੇਜ 'ਤੇ ਖੜ ਕੇ ਤੁਸੀਂ ਨਾਰੇ ਲਾਏ ਸੀ, ਜਕਾਰੇ ਛੱਡੇ ਸੀ, ਮੁੜ ਕੇ ਜਾ ਕੇ ਲੋਕਾਂ ਨੂੰ ਆਹੀ ਵਾਅਦੇ ਕਰਕੇ ਤੁਸੀਂ ਆਪ ਤੇ ਕਾਮਯਾਬ ਹੋ ਕੇ ਇੰਨੀ ਵੱਡੀ ਸਰਕਾਰ ਵੀ ਬਣਾਈ ਸੀ। ਤੇ ਕੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਣੀ ਬੇਅਦਬੀ ਨਹੀਂ ਹੁੰਦੀ ਹੈ? ਹੁੰਦੀ ਹੈ ਕਿ ਨਹੀਂ ਹੁੰਦੀ? ਤੁਸੀਂ ਦੱਸੋ। ਕਿਸੇ ਵੀ ਧਾਰਮਿਕ ਗ੍ਰੰਥ ਦਾ ਝੂਠਾ ਸਹੁੰ ਖਾਣਾ, ਝੂਠੀ ਸਹੁੰ ਖਾਣਾ ਕਿਸੇ ਧਰਮ 'ਚ ਉਹ ਬੇਅਦਬੀ ਮੰਨੀ ਜਾਂਦੀ ਹੈ ਕਿ ਨਹੀਂ ਮੰਨੀ ਜਾਂਦੀ ਹੈ? ਜੇ ਮੰਨੀ ਜਾਂਦੀ ਹੈ, ਤੁਸੀਂ ਉਸ ਗੱਲ ਦੇ ਚਸ਼ਮਦੀਦ ਗਵਾਹ ਹੋ ਕਿ ਨਹੀਂ ਕਿ ਕਾਂਗਰਸੀਆਂ ਨੇ ਤੁਹਾਡੇ ਅੱਖਾਂ ਦੇ ਸਾਹਮਣੇ ਖਾਧੀ? ਤੇ ਕਾਂਗਰਸੀਆਂ ਦੇ ਅੱਖਾਂ ਦੇ ਸਾਹਮਣੇ ਖਾਧੀ ਤੇ ਫਿਰ ਉਹਦੇ ਉੱਤੇ ਤੁਸੀਂ ਦੁਬਾਰਾ ਕਾਂਗਰਸ ਨੂੰ ਵੋਟ ਲਾ ਕੇ ਜਦ ਮੋਹਰ ਲਾਉਂਦੇ ਹੋ ਕਿ ਰੱਬ ਦੇ ਦਰਬਾਰ 'ਚ ਤੁਸੀਂ ਜਵਾਬਦੇਹ ਹੋਵੋਗੇ, ਗੁਨੇਗਾਰ ਹੋਵੋਗੇ ਕਿ ਨਹੀਂ ਹੋਵੋਗੇ? ਇਹ ਉਹਨਾਂ ਨੂੰ ਸੋਚਣ ਦੀ ਲੋੜ ਹੈ। ਅੱਜ ਮੈਂ ਮਾਨ ਨਾਲ ਕਹਿ ਸਕਦੀ ਹਾਂ, ਜੇ ਬਾਦਲ ਸਾਹਿਬ ਨੇ ਕਿਹਾ ਤੁਹਾਡੇ ਵੋਟਰਾਂ ਦੇ ਬਿੱਲ ਮਾਫ ਕਰਾਂਗੇ ਤੇ ਫਿਰ ਭਾਵੇਂ ਹਜ਼ਾਰਾਂ ਕਰੋੜਾਂ ਲੱਗ ਗਏ, ਵਿਰੋਧੀ ਕਹਿੰਦੇ ਰਹੇ ਝੂਠ ਮਾਰਦੇ ਨੇ, ਬਾਦਲ ਸਾਹਿਬ ਨੇ ਮੋਟਰ ਦੇ ਬਿੱਲ ਕਿਸਾਨ ਦੇ ਮਾਫ ਕੀਤੇ ਕਿ ਨਹੀਂ ਕੀਤੇ? ਦੇਸ਼ ਵਿੱਚ ਕੋਈ ਵੀ ਹੋਰ ਸਰਕਾਰ ਹੈਗੀ ਕਿਸੇ ਕੋਨੇ ਦੇਸ਼ 'ਚ ਜਿਹਨੇ ਕਿਸਾਨ ਦੇ ਮੋਟਰ ਦੇ ਬਿੱਲ ਮਾਫ ਕੀਤੇ ਨੇ? ਸਾਡੇ ਗਵਾਂਢ ਹਰਿਆਣੇ 'ਚ, ਰਾਜਸਥਾਨ 'ਚ, ਦੇਸ਼ ਦੇ ਕਿਸੇ ਸਰਕਾਰ ਨੇ ਮਾਫ ਕੀਤੇ ਨੇ ਕਿਸਾਨ ਦੇ ਮੋਟਰ ਦੇ ਬਿੱਲ? ਸਰ ਬਾਦਲ ਦੀ ਦਿਨ ਜੋ ਕਿਹਾ ਉਹ ਕਰਕੇ ਦਿਖਾਇਆ। ਜੇ ਕਿਹਾ ਗਰੀਬਾਂ ਦੇ ਬੱਚਿਆਂ ਦੇ ਢਿੱਡ ਭਰਨ ਵਾਸਤੇ ਆਟੇ ਦਾਲ ਦੀ ਮੈਂ ਸਹੂਲਤ ਦਵਾਂਗਾ, ਆਹੀ ਕਾਂਗਰਸੀ ਕਹਿੰਦੇ ਸੀ ਝੂਠ ਮਾਰਦੇ ਖਜ਼ਾਨਾ ਖਾਲੀ ਨਹੀਂ ਦੇ ਸਕਦੇ, ਝੂਠ ਮਾਰਦੇ। ਦਿੱਤਾ ਕਿ ਨਹੀਂ ਦਿੱਤਾ? ਸ਼ਗਨ ਦਿੱਤਾ, ਪੈਨਸ਼ਨ ਦਿੱਤਾ ਕਿ ਨਹੀਂ ਦਿੱਤਾ? ਆ ਭੈਣਾਂ ਬੈਠੀਆਂ ਨੇ, ਤੁਸੀਂ ਦੱਸੋ ਸ਼ਗਨ ਤੇ ਪੈਨਸ਼ਨ ਤੁਹਾਨੂੰ ਮਿਲਦਾ ਸੀ ਕਿ ਨਹੀਂ? ਆਟਾ ਦਾਲ ਮਿਲਦਾ ਸੀ ਕਿ ਨਹੀਂ? ਦਿੱਤਾ? ਭੈਣਾਂ ਕਹਿੰਦੀਆਂ ਨੇ ਦਿੱਤਾ ਸੀ। ਕਦੇ ਝੂਠ ਨਹੀਂ ਬੋਲਿਆ, ਜੋ ਕਿਹਾ ਉਹ ਕਰਕੇ ਦਿਖਾਇਆ। ਬਾਬੇ ਨਾਨਕ ਦੀ ਤਕੜੀ ਤੋਂ ਘੱਟ ਨਹੀਂ ਆ ਤਕੜੀ ਸਾਡੇ ਵਾਸਤੇ, ਤੇ ਅੱਜ ਮੈਨੂੰ ਇਸ ਗੱਲ ਦਾ ਮਾਣ ਹੈ।
किसान सुखबीर सिंह बादल जिन्हां नूं तुसीं बहुत वड्डा एहसान कीता, बहुत वड्डा आशीर्वाद देके इस इलाके तो उन्हां दे बादल साहब दे थल्ले 25 साल काम ही नहीं कीता, लेकिन उस प्यो दा खून उन्हां दे रगा च नहीं वगदा है। एक चीज बादल साहब ने कही सुखबीर जी नूं, काका जो मर्जी कही लेकिन लोकां नूं जवान दे के पिछे ना मुड़ी, क्योंकि श्रोमणी अकाली दल पंजाब ते पंजाबियां दी नुमाइंदगी जथेबंदी है। आज थानू कोई पूछे कि आप पंजा देख लो, ये पंजे दे सिंबल नूं दसो ये कित्थे दी सरकार है। पंजा देख के कोई कहूगा है राजस्थान दी है, कोई कहूगा महाराष्ट्र दी, कोई कहूगा गांधी परिवार दी हैगी पार्टी। जे तुसी कमल दा फूल दिखा दो कहणगे मोदी दी हैगी, हरियाणा दी हैगी। जे तुसी झाड़ू दिखा दो कहणगे दिल्ली दी हैगी, केजरीवाल दी हैगी। लेकिन तकड़ी तुसी दुनिया च किल दिखा दो क्योंकि पंजाब तो इलावा नहीं कि पंजाब च चोन हार गए, हुण राजस्थान चले जाओ, हुण महाराष्ट्र चले जाओ, हुण किते होर चले जाओ, हारिए जितिए रहना थोड़े विच 5 साल फिर मुड़ के थोड़े कोल आना है। जे झूठे लारे वादे करांगे तुसी सानू मुंह नहीं लाना है। जिस करके मैं आज थानू बेनती करदी हां कि इस इलाके दा तुसी भविख बदलना है। डॉक्टर रिन्वा जी नूं कामयाब करो। मैं दावे नाल कह सकदी हां जिस तरह का आशीर्वाद तुसी सुखबीर जी नूं दिता है, मैनूं पता है नहरी पानी की घाट कितनी वड्डी समस्या होंदी है ते तुहानूं पता है सुखबीर जी ने 13 नुक्ती प्रोग्राम च वादा कीता है किसानां वास्ते, जिथे उन्होंने कहा कि हर किसान नूं अपनी खेती वास्ते 10 रुपए लीटर डीजल घट दिता जाऊगा।